ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਾਰੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਬਾਣੀ ਨੂੰ ਸਮਝੀਏ, ਮੰਨੀਏ ਤੇ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਕੋਸ਼ਿਸ਼ ਕਰੀਏ। ਦੋ ਦਿਨ ਆਪਾਂ ਵਿਚਾਰ ਕੀਤੀ ਹੈ। ਕੱਲ੍ਹ ਤੇ ਪਰਸੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਜੋ ਦਸਮ ਗ੍ਰੰਥ ਦੀ ਬਾਣੀ ਹੈ, ਸੋ ਅੱਜ ਆਪਾਂ ਫਿਰ ਜੋ ਆਪਾਂ ਬਾਣੀ ਵਿਚਾਰ ਰਹੇ ਸੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੌੜੀ ਰਾਗ ਦੀ ਬਾਣੀ ਮਹੱਲੇ ਪੰਜਵੇਂ ਦੀ, ਆਓ ਆਪਾਂ ਫਿਰ ਸ਼ੁਰੂ ਕਰਦੇ ਹਾਂ ਉੱਥੋਂ। ਉਸ ਦਿਨ ਆਪਾਂ ਵਿਚਾਰ ਰਹੇ ਸੀ ਕਿ ਜਿਹੜੇ ਉਸ ਪ੍ਰਭੂ ਦੇ ਪ੍ਰੇਮ ਭਗਤੀ ਦੇ ਵਿੱਚ ਜੀਵ ਰਤੇ ਰਹਿੰਦੇ ਨੇ, ਐਸੇ ਜਨਾਂ ਦੀ ਸਾਨੂੰ ਧੂੜੀ ਪ੍ਰਾਪਤ ਹੋਵੇ, ਐਸੇ ਜਨਾਂ ਦੇ ਬਚਨ ਪ੍ਰਾਪਤ ਹੋਣ। ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੈ ਸਾਧਰਵਾਲ। ਵੈਸੇ ਸਾਧੂ ਜਨਾਂ ਦੇ ਬਚਨਾਂ ਨੂੰ ਜਾਚੀਏ ਜਿਹੜੇ ਪ੍ਰਭੂ ਦੇ ਪ੍ਰੇਮ ਭਗਤੀ ਦੇ ਵਿੱਚ ਰਤੇ ਨੇ, ਕਿਉਂਕਿ ਪਰਮੇਸ਼ਰ ਦੇ ਨਾਲ ਆਪਾਂ ਪ੍ਰੇਮ ਕਰ ਸਕਦੇ ਹਾਂ, ਦੇਖ ਦੇਖ ਕੇ ਉਸ ਦੀ ਸੇਵਾ ਕਰ ਸਕਦੇ ਹਾਂ। ਇਹੀ ਭਗਤੀ ਹੈ। ਜੋਤ ਨੂੰ ਜੋਤ ਵਿੱਚ ਮਿਲਾ ਸਕਦੇ ਹਾਂ, ਆਪਾਂ ਮਿਟਾ ਸਕਦੇ ਹਾਂ, ਉਸ ਦਾ ਰੂਪ ਹੋ ਸਕਦੇ ਹਾਂ। ਪਰ ਉਸ ਦਾ ਰੂਪ ਹੋਣ ਵਾਸਤੇ ਆਪਾਂ ਮਿਟਾਉਣਾ ਪੈਂਦਾ ਹੈ। ਜਿਵੇਂ ਇੱਕ ਬੂੰਦ ਪਾਣੀ ਦੀ ਹੋਵੇ, ਉਹ ਸਰੋਵਰ ਜਾਂ ਸਮੁੰਦਰ ਰੂਪ ਹੋ ਸਕਦੀ ਹੈ, ਪਰ ਉੱਥੇ ਜਾ ਕੇ ਬੂੰਦ ਆਪਾਂ ਖਤਮ ਹੋ ਜਾਣਾ ਹੈ। ਇੱਦਾਂ ਹੀ ਆਪਣੀ ਜੋਤ ਹੈ ਜਿਹੜੀ ਇੱਕ ਬੂੰਦ ਦੀ ਨਿਆਈ ਹੈ ਤੇ ਪਰਮੇਸ਼ਰ ਸਾਗਰ ਦੀ ਨਿਆਈ ਹੈ। ਤੇ ਜੇ ਆਪਾਂ ਸਾਗਰ ਰੂਪ ਹੋਣਾ, ਉਸ ਦਾ ਰੂਪ ਹੋਣਾ ਹੈ, ਫਿਰ ਆਪਾਂ ਨੂੰ ਆਪਣਾ ਆਪਾ ਮਿਟਾਉਣਾ ਪੈਂਦਾ ਹੈ, ਜਿਸ ਨੂੰ ਜਿਉਂਦੇ ਮਰਨਾ ਵੀ ਕਹਿ ਦਿੱਤਾ ਹੈ। ਆਪ ਗਵਾਈਐ ਤਾਂ ਸੋ ਪਾਈਐ, ਔਰ ਕੈਸੀ ਚਤੁਰਾਈ। ਇਹ ਪ੍ਰੇਮਾ ਭਗਤੀ ਦੁਆਰਾ ਆਪਾਂ ਪ੍ਰਭੂ ਨੂੰ ਮਿਲ ਸਕਦੇ ਹਾਂ, ਤੇ ਉਹੀ ਫਿਰ ਜੀਵ ਜੀ ਨੇ ਆਪ ਪ੍ਰਭੂ ਦੇ ਨਾਲ ਪ੍ਰੇਮ ਪਾਇਆ ਹੈ। ਕਿਵੇਂ ਪ੍ਰੇਮ ਪੈਂਦਾ ਹੈ, ਉਹੀ ਫਿਰ ਸਾਨੂੰ ਦੂਜੇ ਜੀਵਾਂ ਨੂੰ ਵੀ ਉਹ ਤਰੀਕਾ ਦੱਸ ਸਕਦਾ ਹੈ, ਵਿਧੀ ਦੱਸ ਸਕਦਾ ਹੈ, ਗਿਆਨ ਦੇ ਸਕਦਾ ਹੈ, ਗੁਰਜੁਗਤੀ ਦੱਸ ਸਕਦਾ ਹੈ, ਜਿਸ ਦੁਆਰਾ ਆਪਾਂ ਵੀ ਪ੍ਰੇਮ ਪਾ ਸਕਦੇ ਹਾਂ। ਆਓ ਅਗਲੇ ਸ਼ਬਦ ਦੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ, ਐਸੀ ਪ੍ਰੀਤ ਗੋਬਿੰਦ ਸਿਓ ਲਾਗੀ, ਮੇਲ ਲਏ ਪੂਰਨ ਵਡਭਾਗੀ। ਮੇਲ ਲੈਂਦੇ ਹਨ ਜਿਹੜੇ ਵਡਭਾਗੀ ਨੇ, ਜਿਨ੍ਹਾਂ ਤੇ ਦਇਆ ਕਰਦਾ ਹੈ, ਉਹਨਾਂ ਨੂੰ ਪ੍ਰਭੂ ਮੇਲ ਲੈਂਦਾ ਹੈ, ਆਪਣੇ ਨਾਲ ਪ੍ਰੀਤ ਲਾ ਲੈਂਦਾ ਹੈ। ਕਿਉਂਕਿ ਪ੍ਰੀਤ ਜਿਹੜੀ ਸਭ ਤੋਂ ਸੁੱਖ ਦੇਣ ਵਾਲੀ ਹੈ, ਉਹ ਪ੍ਰਭੂ ਦੀ ਪ੍ਰੀਤ ਹੈ। ਪਰ ਲੱਗਦੀ ਤਾਂ ਹੈ ਜੇ ਸਾਨੂੰ ਆਪ ਕਿਰਪਾ ਕਰਕੇ ਲਾ ਲਵੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਮ ਲੈ ਲਾਈ। ਕਰ ਕਿਰਪਾ ਆਪ ਲੈ ਲਾਈ। ਜਦੋਂ ਆਪ ਸਾਡੇ ਕਿਰਪਾ ਕਰਦਾ ਹੈ, ਆਪ ਸਾਡੀ ਪ੍ਰੀਤ ਪਾ ਲੈਂਦਾ ਹੈ, ਫਿਰ ਇਹ ਪ੍ਰੀਤ ਸੁਖ ਦਿੰਦੀ ਹੈ। ਇਸ ਕਰਕੇ ਸਮਝਾਉਂਦੇ ਨੇ, ਮੇਲ ਲਏ ਪੂਰਨ ਵਡਭਾਗੀ।
ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਵੀ ਐਸੀ ਪ੍ਰੀਤ ਲੱਗੀ, ਪਰ ਲੱਗੀ ਕਿਵੇਂ? ਆਪ ਪ੍ਰਭੂ ਨੇ ਸਾਨੂੰ ਮਿਲ ਲਿਆ, ਸਾਨੂੰ ਆਪ ਬੜਭਾਗੀ ਬਣਾ ਦਿੱਤਾ ਹੈ। ਰਹੋ ਪੰਕਤੀਆਂ ਨੇ ਅੱਗੇ ਹੁਣ ਸਾਨੂੰ ਸਮਝਾਉਂਦੇ ਨੇ ਕਿ ਇਹ ਪ੍ਰੀਤ ਸੰਸਾਰਿਕ ਉਦਾਹਰਨਾਂ ਦਿੰਦੇ ਨੇ। ਜਿਨ੍ਹਾਂ ਜਨਾਂ ਦੀ ਪ੍ਰੀਤ ਮਾਲਕ ਨਾਲ ਪੈ ਜਾਂਦੀ ਹੈ, ਜਿਨ੍ਹਾਂ ਦੀ ਪ੍ਰੀਤ ਪਾ ਲੈਂਦਾ ਹੈ ਮਾਲਕ, ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਉਹ ਕਿਵੇਂ ਪ੍ਰੀਤ ਕਰਦੇ ਨੇ, ਉਹ ਆਪਾਂ ਨੂੰ ਅੱਗੇ ਸਮਝਾ ਰਹੇ ਨੇ। ਭਰਤਾ ਪੇਖ ਬਿਗਸੈ ਜਿਉ ਨਾਰੀ। ਜਿਵੇਂ ਔਰਤ ਪਤਨੀ ਪਤੀ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਤਿਉ ਹਰ ਜਨ ਜੀਵੈ ਨਾਮ ਚਿਤਾਰੀ। ਤਿਵੇਂ ਜਿਹੜੇ ਹਰੀ ਦੇ ਜਨ ਨੇ, ਉਹ ਨਾਮ ਨੂੰ ਚਿਤਾਰ ਕੇ, ਚਿੱਤ ਦੇ ਵਿੱਚ ਨਾਮ ਨੂੰ ਵਸਾ ਕੇ ਵਿਕਸਦੇ ਨੇ, ਖੁਸ਼ ਹੁੰਦੇ ਨੇ, ਜੀਵਨ ਬਤੀਤ ਕਰਦੇ ਨੇ। ਪੂਤ ਪੇਖ ਜਿਉ ਜੀਵਤ ਮਾਤਾ। ਜਿਵੇਂ ਮਾਤਾ ਆਪਣੇ ਪੁੱਤਰ ਨੂੰ ਦੇਖ ਕੇ ਖੁਸ਼ਹਾਲ ਜੀਵਨ ਬਤੀਤ ਕਰਦੀ ਹੈ, ਓਤ ਪੋਤ ਜਨ ਹਰ ਸਿਉ ਰਾਤਾ। ਏਦਾਂ ਹੀ ਹਰੀ ਦਾ ਜਨ ਹਰੀ ਦੇ ਨਾਲ ਰਤਿਆ ਰਹਿੰਦਾ ਹੈ, ਹਰ ਸਮੇਂ ਉਸ ਦੇ ਨਾਲ ਰਤਿਆ ਰਹਿੰਦਾ ਹੈ। ਜਿਵੇਂ ਮਾਤਾ ਦਾ ਜੀਵਨ ਹੈ, ਪਿਆਰ ਹੁੰਦਾ ਹੈ ਪੁੱਤਰ ਦੇ ਨਾਲ, ਪੁੱਤਰ ਦੇ ਨਾਲ ਮਾਤਾ ਦਾ ਖੁਸ਼ਹਾਲ ਜੀਵਨ ਹੈ। ਹੋਰ ਉਦਾਹਰਨ ਦਿੰਦੇ ਨੇ, ਲੋਭੀ ਆਨੰਦ ਕਰੇ ਪੇਖ ਤਨਾ। ਜਿਹੜਾ ਲੋਭੀ ਇਨਸਾਨ ਹੈ, ਉਸ ਨੂੰ ਆਨੰਦ ਕਦੋਂ ਆਉਂਦਾ ਹੈ? ਮਾਇਆ ਦੇਖ ਕੇ, ਧਨ ਦੇਖ ਕੇ ਖੁਸ਼ ਹੁੰਦਾ ਹੈ, ਆਨੰਦ ਵਿੱਚ ਹੁੰਦਾ ਹੈ। ਜਿਹੜਾ ਲੋਭੀ ਹੈ, ਜਦੋਂ ਉਸਨੂੰ ਧਨ ਮਿਲਦਾ ਹੈ ਤੇ ਫਿਰ ਉਹ ਖੁਸ਼ ਹੁੰਦਾ ਹੈ, ਆਨੰਦ ਕਰਦਾ ਹੈ। ਜਨ ਚਰਨ ਕਮਲ ਸਿਉ ਲਾਗੋ ਮਨਾ। ਏਦਾਂ ਹੀ ਜਿਹੜੇ ਹਰੀ ਦੇ ਜਨ ਹੈ, ਉਹਨਾਂ ਨੂੰ ਆਨੰਦ ਕਦੋਂ ਆਉਂਦਾ ਹੈ? ਉਸ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਜਦ ਮਨ ਜੁੜਦਾ ਹੈ, ਫਿਰ ਉਹ ਆਨੰਦ ਦੇ ਵਿੱਚ ਜਾਂਦੇ ਨੇ। ਵਿਸਰ ਨਹੀਂ ਇੱਕ ਤਿਲ ਦਾਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਫਿਰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲੈਂਦੇ ਨੇ ਉਸ ਪ੍ਰਭੂ ਨੂੰ। ਜਿੱਥੋਂ ਸਵਾਸ ਆਉਂਦਾ ਹੈ, ਉੱਥੋਂ ਹੀ ਮਾਲਕ ਪ੍ਰਗਟ ਹੋ ਜਾਂਦਾ ਹੈ। ਆਪਣੇ ਪ੍ਰਾਣਾਂ ਨੂੰ ਆਧਾਰ ਬਣਾ ਲੈਂਦੇ ਨੇ, ਫਿਰ ਇੱਕ ਤਿਲ ਵੀ ਸਾਨੂੰ ਵਿਸਰਦਾ ਨਹੀਂ ਹੈ। ਕਿਉਂਕਿ ਵਿਸਰਿਆ ਕਿਉਂ ਹੈ? ਸਾਡਾ ਮਨ ਹੰਕਾਰੀ ਹੋਇਆ ਹੈ, ਇਸ ਪਾਸੇ ਨੂੰ ਮਨ ਨਿਭਦਾ ਨਹੀਂ ਜਿੱਥੋਂ ਆਪਾਂ ਮਾਲਕ ਦੇ ਘਰ ਵਿੱਚ ਉਸ ਦੇ ਦਰਸ਼ਨ ਕਰਨੇ ਸੀ। ਜਦੋਂ ਅਸੀਂ ਆਪਣੇ ਪ੍ਰਾਣਾਂ ਨੂੰ, ਮਨ ਨੂੰ ਪ੍ਰਾਣਾਂ ਨਾਲ ਜੋੜ ਲੈਂਦੇ ਹਾਂ, ਜਿੱਥੋਂ ਸਵਾਸ ਅੰਦਰ ਜਾਣ ਦਾ ਵਾਰ ਆਉਂਦਾ ਹੈ, ਇੱਥੇ ਆਪਾਂ ਪਰਪੱਕ ਕਰ ਲੈਂਦੇ ਹਾਂ ਧਿਆਨ ਨੂੰ, ਫਿਰ ਸਾਨੂੰ ਵਿਸਰਦਾ ਨਹੀਂ ਹੈ, ਇੱਕ ਤਿਲ ਵੀ ਨਹੀਂ ਵਿਸਰਦਾ। ਕਿਉਂਕਿ ਭਗਤਾਂ ਨੇ ਇੱਥੇ ਹੀ ਪਿਆਰ ਕੀਤਾ ਹੈ। ਉਹ ਆਪਣੇ ਮੁਖ ਤੇ ਹੀ ਰਾਮ ਨੂੰ ਸੰਭਾਲਦੇ ਰਹੇ। ਰਾਮ ਪ੍ਰਕਾਸ਼ ਆਪਣੇ ਮੁਖ ਤੇ ਪ੍ਰਕਾਸ਼ ਦੇਖਦੇ ਰਹੇ ਤੇ ਨਾਲ ਨਾਲ ਕਰਮ ਕਰਦੇ ਰਹੇ। ਨਾਮਾ ਕਹੇ ਤਰਲੋਚਨਾ, ਮੁਖ ਤੇ ਰਾਮ ਸੰਭਾਲ। ਹੱਥ ਪਾਉ ਕਰ ਕੰਮ ਸਭ ਚਿੱਤ ਨਿਰੰਜਨ ਨਾਲ। ਮੁਖ ਤੇ ਰਸਨਾ ਤੇ ਨਹੀਂ, ਮੁਖ ਤੇ, ਕਿਉਂਕਿ ਮੁਖ ਤੇ ਪ੍ਰਕਾਸ਼ ਹੋ ਗਿਆ, ਆਪਾ ਖਤਮ ਹੋ ਗਿਆ, ਪਰਮੇਸ਼ਰ ਪ੍ਰਗਟ ਹੋ ਗਿਆ, ਮੁਖ ਉਜਲ ਹੋ ਗਿਆ, ਤੇ ਮੁਖ ਤੇ ਦੇਖੀ ਜਾਂਦੇ ਤੇ ਨਾਲ ਨਾਲ ਕੰਮ ਕਰੀ ਜਾਂਦੇ ਸੀ। ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ। ਵੀ ਜਿਹੜਾ ਉਸ ਪ੍ਰਭੂ ਦੇ
ਰਾਮ ਦੇ ਰਸ ਦੇ ਵਿੱਚ। ਜਿਹੜੇ ਜੀਵ ਮਸਤ ਹੋ ਜਾਂਦੇ ਨੇ, ਮਾਤੇ ਜਾਂਦੇ ਨੇ, ਕਿਵੇਂ ਉਹਨਾਂ ਨੂੰ ਉਹ ਰਸ ਪ੍ਰਾਪਤ ਹੁੰਦਾ ਹੈ ਕਿ ਉਹ ਪ੍ਰਭੂ ਦੇ ਚਰਨ ਕਮਲਾਂ ਦੇ ਵਿੱਚ ਪ੍ਰੇਮ ਭਗਤੀ ਕਰਦੇ ਨੇ। ਜਿੱਥੋਂ ਪ੍ਰਭੂ ਦੇ ਚਰਨ ਸ਼ੁਰੂ ਹੁੰਦੇ ਨੇ ਉੱਥੇ ਹੀ ਆਪਣਾ ਧਿਆਨ ਜੋੜ ਲੈਂਦੇ, ਕਿਉਂਕਿ ਉੱਥੋਂ ਚਰਨ ਸ਼ੁਰੂ ਹੋ ਜਾਂਦੇ। ਜਿੱਥੋਂ ਸਾਨੂੰ ਪਾਉਣ ਆਉਂਦੀ ਹੈ ਉਸ ਪੁਆਇੰਟ ਤੋਂ ਗੁਰ ਲੈ ਕੇ ਅਸੀਂ ਜਦੋਂ ਧਿਆਨ ਲਾਉਂਦੇ ਹਾਂ, ਨੇਤਰ ਤੁੰਕੇ ਚਰਨ ਧਰ ਸਤਿਦਰਵ ਤੀਰਥ ਰੰਗ। ਜਦੋਂ ਆਪਣੇ ਦੋਨਾਂ ਨੇਤਰਾਂ ਨੂੰ ਇੱਕ ਤੀਰ ਦੀ ਤਰ੍ਹਾਂ ਇਸ ਪੁਆਇੰਟ 'ਤੇ ਆਪਾਂ ਧਿਆਨ ਜੋੜ ਲੈਂਦੇ ਹਾਂ, ਇੱਥੋਂ ਚਰਨ ਸ਼ੁਰੂ ਹੋ ਜਾਂਦੇ ਨੇ ਪ੍ਰਭੂ ਦੇ। ਇੱਥੇ ਪ੍ਰੇਮ ਭਗਤੀ ਜੀਵ ਕਰਦਾ ਹੈ, ਫਿਰ ਉਹ ਉਸ ਰਸ ਨੂੰ ਮੰਨਦਾ ਹੈ, ਉਸ ਰਸ ਦੇ ਵਿੱਚ ਰਤਿਆ ਜਾਂਦਾ ਹੈ। ਇਹ ਰਹੋ ਪੰਕਤੀਆਂ ਸੀ ਸ਼ਬਦ ਦੀਆਂ। ਅੱਗੇ ਸ਼ਬਦ ਸ਼ੁਰੂ ਕਰਦੇ ਹਾਂ। ਅੱਗੇ ਪੰਕਤੀਆਂ ਨੇ, ਆਨ ਰਸਾ ਦੀਸੈ ਸਭ ਛਾਰ। ਹੋਰ ਸਾਰਾ ਕੁਛ ਨਾਸਵਾਨ ਹੈ, ਹੋਰ ਰਸ ਛੱਡ ਜਾਣੇ ਨੇ, ਇੱਕ ਦਿਨ ਸਭ ਛੱਡ ਜਾਣੇ ਜੋ ਆਪਾਂ ਖਾਂਦੇ ਹਾਂ। ਲੇਕਿਨ ਜਿਹੜਾ ਇਹ ਨਾਮ ਰਸ ਹੈ, ਹਰ ਰਸ ਹੈ, ਇਹ ਸਦਾ ਨਾਲ ਰਹਿਣਾ ਹੈ। ਇਹ ਲੋਕ ਵਿੱਚ ਵੀ ਪੀਣਾ ਹੈ ਅਤੇ ਪਰਲੋਕ ਦੇ ਵਿੱਚ ਵੀ। ਇਹ ਨਾਸਵਾਨ ਨਹੀਂ ਹੈ, ਨਾ ਪ੍ਰਭੂ ਨਾਸਵਾਨ, ਨਾ ਉਹਦੇ ਚਰਨ ਨਾਸਵਾਨ, ਨਾ ਸਾਡਾ ਮਨ ਜਦੋਂ ਪ੍ਰਕਾਸ਼ ਹੋ ਗਿਆ ਇਹ ਵੀ ਉਹਦਾ ਰੂਪ ਹੋ ਜਾਂਦਾ, ਵਿਨਾਸ਼ੀ ਹੋ ਜਾਂਦਾ ਹੈ। ਇਹ ਫਿਰ ਰਸ ਨੂੰ ਪੀਂਦੇ ਰਹਿਣਾ ਹੈ। ਇਸ ਕਰਕੇ ਹੋਰ ਰਸ ਜਿਹੜੇ ਨੇ ਨਾਸਵਾਨ ਨੇ। ਨਾਮ ਬਿਨਾ ਨੇਹ ਫਲ ਸੰਸਾਰ। ਨਾਮ ਤੋਂ ਬਿਨਾ ਸਾਰਾ ਸੰਸਾਰ ਨੇਹ ਫਲ ਹੈ। ਕੋਈ ਸਾਡਾ ਸੰਸਾਰ ਦੇ ਵਿੱਚ ਆਇਆ ਸਾਡਾ ਵਿਅਰਥ ਹੈ ਜੇ ਆਪਾਂ ਨਾਮ ਨੂੰ ਨਹੀਂ ਬੁਝਿਆ, ਨਾਮ ਦੇ ਰਸ ਨੂੰ ਨਹੀਂ ਮਾਣਿਆ, ਅਤੇ ਸਾਡੇ ਸੰਸਾਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਹੈ। ਮਨੁੱਖਾ ਜਨਮ ਦਾ ਲੈਣ ਦਾ ਕੋਈ ਫਾਇਦਾ ਨਹੀਂ ਹੈ ਸਾਨੂੰ, ਅਤੇ ਅਸੀਂ ਆਪਣਾ ਇੱਕ ਮੌਕਾ ਗਵਾ ਲੈਂਦੇ ਹਾਂ। ਫਿਰ 84 ਲੱਖ ਜੂਨੀ ਭੋਗਾਂਗੇ, ਫਿਰ ਕਿਤੇ ਦੁਬਾਰਾ ਮੌਕਾ ਆਏਗਾ। ਇਸ ਕਰਕੇ ਆਪਾਂ ਇੰਨੇ ਸਮਿਆਂ ਤੋਂ ਬਾਅਦ ਇਹ ਜਿਹੜੀ ਦੇਹੀ ਮਿਲੀ, ਇਸ ਨੂੰ ਅਸੀਂ ਗਵਾ ਲੈਂਦੇ ਹਾਂ। ਅੰਧਕੂਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ। ਤੇ ਆਪ ਮਾਲਕ ਜਦੋਂ ਖੁਸ਼ ਹੁੰਦਾ ਹੈ, ਅੰਧਕੂਪ ਜਿਹੜਾ ਇਹ ਮਾਇਆ ਦਾ ਖੂਹ ਹੈ, ਅੰਧਕੂਪ ਹੈ, ਇਸ ਦੇ ਵਿੱਚੋਂ ਆਪ ਪ੍ਰਭੂ ਕੱਢ ਲੈਂਦਾ ਹੈ। ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ ਉਹਨਾਂ ਨੂੰ ਆਪ ਕੱਢ ਲੈਂਦਾ ਹੈ। ਤ੍ਰੈ ਗੁਣਾਂ ਦੇ ਅੰਧਕੂਪ 'ਚੋਂ ਕੱਢ ਕੇ ਚੌਥੇ ਪਦ ਵਿੱਚ ਆਪ ਸਾਨੂੰ ਲੈ ਜਾਂਦਾ ਹੈ। ਗੁਣ ਗੋਬਿੰਦ ਅਚਰਜ ਪ੍ਰਤਾਪ। ਆਪ ਆਪਣਾ ਗਿਆਨ ਦੇ ਕੇ, ਗੁਣ ਦੇ ਕੇ, ਗੁਰ ਦੇ ਕੇ, ਅਚਰਜ ਗਿਆਨ ਦੇ ਕੇ, ਉਸ ਦੇ ਪ੍ਰਤਾਪ ਦੇ ਨਾਲ ਆਪ ਸਾਨੂੰ ਅੰਧਕੂਪ ਦੇ ਵਿੱਚੋਂ ਕੱਢ ਲੈਂਦਾ ਹੈ। ਗੁਰ ਦੇ ਗਿਆਨ ਦੁਆਰਾ, ਗੁਰ ਦੇ ਪ੍ਰਤਾਪ ਦੁਆਰਾ ਸਾਨੂੰ ਕੱਢ ਲੈਂਦਾ ਹੈ। ਬਨ ਤ੍ਰਿਨ ਤ੍ਰਿਭਵਨ ਪੂਰਨ ਗੋਪਾਲ। ਜਦੋਂ ਮਨ ਅੰਧਕੂਪ ਤੋਂ ਨਿਕਲ ਆਉਂਦਾ ਹੈ, ਸੋਝੀ ਹੋ ਜਾਂਦੀ ਹੈ, ਮਾਲਕ ਪ੍ਰਗਟ ਹੋ ਜਾਂਦਾ ਹੈ, ਫਿਰ ਹਰ ਥਾਂ 'ਤੇ ਬਸਦਾ ਹੈ। ਬਣਾ ਵਿੱਚ ਹੈ, ਤ੍ਰਿਣ ਦੇ ਵਿੱਚ ਹੈ, ਤ੍ਰਿਭਵਨ ਦੇ ਵਿੱਚ ਹੈ, ਹਰ ਥਾਂ 'ਤੇ ਆਪ ਪੂਰਨ ਹੈ, ਕਿਉਂਕਿ ਉਹ ਘਟਣ ਵਧਣ ਵਾਲਾ ਨਹੀਂ ਹੈ। ਉਹ ਹਰ ਸਮੇਂ ਪੂਰਾ ਹੈ, ਨਾ ਘਟ ਹੈ ਨਾ ਵੱਧ ਹੈ, ਨਾ ਬਾਤ ਘਾਟ ਹੋਤਾ ਹੈ। ਕਿੱਥੇ ਹੈ ਪੂਰਾ? ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਤੇ ਫਿਰ ਸਾਨੂੰ ਸਾਰੇ ਪਾਸੇ ਉਹੀ ਦਿਸਦਾ ਹੈ। ਪਾਰ ਬ੍ਰਹਮ ਪਸਾਰ ਜੀ ਸੰਗ ਦਿਆਲ। ਬ੍ਰਹਮ ਪਸਾਰ ਜੀ ਸੰਗ ਦਿਆਲ। ਫਿਰ ਸਾਰਾ ਸਾਡੇ ਸੰਗੀ ਹੋ ਜਾਂਦਾ ਉਹ ਦਿਆਲੂ। ਫਿਰ ਬ੍ਰਹਮ ਪਸਾਰ ਹੀ ਦਿਸਦਾ ਹੈ ਸਾਰੇ। ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਫਿਰ ਹਰ ਥਾਂ 'ਤੇ ਹੈ।
ਆਪ ਦਇਆ ਕਰਕੇ ਜਦੋਂ ਸਾਨੂੰ ਅੰਧਕੂਪ ਤੋਂ ਕੱਢਦਾ ਹੈ। ਅੰਧਕੂਪ ਮਹਾਂ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਸੁਖਮਨੀ ਸਾਹਿਬ 'ਚ ਵੀ ਆਪਾਂ ਪੜ੍ਹਦੇ ਹਾਂ। ਕਹੋ ਨਾਨਕ ਸਾ ਕਥਨੀ ਸਾਰ, ਮਾਨ ਲੇਤ ਜਿਸ ਸਿਰਜਣਹਾਰ। ਤੇ ਫਿਰ ਸਮਝਾਉਂਦੇ ਨੇ ਕਿ ਉਹ ਕਥਨੀ ਜਿਹੜੀ ਹੈ ਉਹ ਸਾਨੂੰ ਉਸ ਪ੍ਰਭੂ ਦੇ ਨਾਲ ਮਿਲਾਉਂਦੀ ਹੈ। ਉਹ ਜਿਹੜੀ ਕਥਨੀ ਹੈ ਸਾਨੂੰ ਪੂਰਾ ਕਰਦੀ ਹੈ, ਸਾਨੂੰ ਉਸ ਪ੍ਰਭੂ ਦਾ ਮਿਲਾਪ ਕਰਾਉਂਦੀ ਹੈ ਜਿਸ ਨੂੰ ਆਪ ਪਰਮੇਸ਼ਰ ਮੰਨ ਲੈਂਦਾ ਹੈ। ਮਾਨ ਲੇਤ ਜਿਸ ਸਿਰਜਣਹਾਰ, ਕਿਉਂਕਿ ਜਿਹੜਾ ਬਚਨ ਹੈ ਗੁਰ ਦਾ ਬਚਨ ਹੈ, ਇਹ ਗੁਰ ਦਾ ਵਚਨ ਤਾਂ ਹੀ ਪ੍ਰਵਾਨ ਹੁੰਦਾ ਜੇ ਪ੍ਰਭੂ ਆਪ ਇਸ ਨੂੰ ਦਿੰਦਾ ਹੈ ਅਤੇ ਉਸ ਦੇ ਦਿੱਤੇ ਵਚਨ ਨੂੰ ਆਪ ਫਿਰ ਪ੍ਰਵਾਨਗੀ ਦਿੰਦਾ ਹੈ, ਆਪ ਪਤ ਦਿੰਦਾ ਹੈ, ਮਾਣ ਦਿੰਦਾ ਹੈ। ਜੇ ਮਾਣ ਨਹੀਂ ਦਿੰਦਾ ਤੇ ਆਪਾਂ ਜਿੰਨੀ ਮਰਜ਼ੀ ਕਥਨੀ ਕਰੀ ਜਾਈਏ ਸਾਡੀ ਬਿਰਥ ਹੈ, ਕੀਤੀ ਦਾ ਕੋਈ ਫਾਇਦਾ ਨਹੀਂ। ਉਹੀ ਸਾਡੀ ਅਰਥ ਹੈ, ਉਹੀ ਸਾਡੀ ਕੀਤੀ ਸਫਲ ਹੈ ਜਿਸ ਨੂੰ ਆਪ ਪ੍ਰਭੂ ਮੰਨ ਲਵੇ, ਜਿਸ ਨੂੰ ਸਿਰਜਣਹਾਰ ਪਰਮੇਸ਼ਰ ਮੰਨ ਲਵੇ। ਉਹ ਕੀਤੀ ਕਥਨੀ ਸਾਡੀ ਜਿਹੜੀ ਸਫਲ ਹੈ। ਆਓ ਅਗਲਾ ਸ਼ਬਦ ਹੈ ਗੌੜੀ ਮਹੱਲੇ ਦੇ ਵਿੱਚ, ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਹੁਣ ਹਰ ਦਿਨ ਹਰ ਰੋਜ਼ ਸਾਡੇ ਮਨ ਦਾ ਇਸ਼ਨਾਨ ਜਿਹੜਾ ਕਰਨਾ ਹੁੰਦਾ, ਕਿੱਥੇ ਕਰਨਾ ਹੈ? ਰਾਮਸਰ, ਰਾਮ ਸਰੋਵਰ ਦੇ ਵਿੱਚ, ਹਰੀ ਸਰੋਵਰ ਦੇ ਵਿੱਚ, ਸੁੰਨ ਸਰੋਵਰ, ਰਾਮ ਸਰੋਵਰ, ਸੁੰਨ ਸਰੋਵਰ, ਅੰਮ੍ਰਿਤ ਸਰੋਵਰ, ਇੱਕ ਦੇ ਹੀ ਨਾਮ ਨੇ। ਇੱਕੋ ਸਰੋਵਰ, ਸੁੰਨ ਸਰੋਵਰ, ਅੰਮ੍ਰਿਤ ਸਰੋਵਰ, ਰਾਮ ਸਰੋਵਰ, ਹਰ ਸਰ, ਹਰੀ ਦਾ ਸਰੋਵਰ, ਇਹ ਸਾਰੇ ਇੱਕ ਹੀ ਅਵਸਥਾ ਹੈ। ਉਸ ਮਾਲਕ ਪ੍ਰਕਾਸ਼ ਦਾ ਹੀ ਉਸੇ ਨੂੰ ਵੱਖ ਵੱਖ ਨਾਮ ਦਿੱਤੇ ਗਏ ਨੇ। ਇਸ ਕਰਕੇ ਆਪਾਂ ਉਸ ਦੇ ਵਿੱਚ ਹਰ ਰੋਜ਼ ਨਿਤ ਪ੍ਰਤ ਨਾਵਨ ਰਾਮਸਰ ਕੀਜੈ। ਜਿਵੇਂ ਸਵੇਰੇ ਆਪਾਂ ਉੱਠਦੇ ਹਾਂ, ਹਰ ਰੋਜ਼ 5:30 ਤੋਂ 6 ਸੰਗਤ ਰੂਪ ਦੇ ਵਿੱਚ ਜੁੜਦੇ ਹਾਂ ਅਤੇ ਆਪਾਂ ਮਨ ਦਾ ਇਸ਼ਨਾਨ ਕਰਦੇ ਹਾਂ ਰਾਮਸਰ ਦੇ ਵਿੱਚ, ਰਾਮ ਸਰੋਵਰ ਦੇ ਵਿੱਚ। ਅਤੇ ਉੱਥੇ ਮਨ ਫਿਰ ਹਰੀ ਦੇ ਰਸ ਨੂੰ ਪੀਂਦਾ ਵੀ ਹੈ, ਕਿਉਂਕਿ ਮਨ ਜਿਵੇਂ ਆਪਾਂ ਉਸ ਪਾਣੀ ਨਾਲ ਨਹਾ ਵੀ ਲੈਂਦੇ ਹਾਂ, ਸਰੀਰ ਨੂੰ ਧੋ ਵੀ ਲੈਂਦੇ ਹਾਂ, ਅਤੇ ਉਸ ਪਾਣੀ ਦੇ ਨਾਲ ਆਪਾਂ ਪਿਆਸ ਵੀ ਬੁਝਾਉਂਦੇ ਹਾਂ। ਇੱਦਾਂ ਹੀ ਮਨ ਵਾਸਤੇ ਅੰਮ੍ਰਿਤ ਸਰੋਵਰ ਹੈ, ਜਿਸ ਨੂੰ ਮਨ ਪੀਂਦਾ ਵੀ ਹੈ ਅਤੇ ਉਸ ਵਿੱਚ ਇਸ਼ਨਾਨ ਵੀ ਕਰਦਾ ਹੈ। ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਨਿਰਮਲ ਉਦਕ ਗੋਬਿੰਦ ਕਾ ਨਾਮ, ਜਿਹੜਾ ਗੋਬਿੰਦ ਦਾ ਨਾਮ ਹੈ, ਗੁਰ ਦਾ ਗਿਆਨ ਹੈ, ਇਹ ਨਿਰਮਲ ਉਦਕ ਪਾਣੀ ਨੂੰ ਕਹਿ ਦਿੰਦੇ, ਜਲ ਨੂੰ ਕਹਿ ਦਿੰਦੇ ਹਾਂ। ਨਿਰਮਲ ਜਲ ਹੈ ਇਹ, ਜਿਹੜਾ ਗੋਬਿੰਦ ਦਾ ਨਾਮ ਹੈ, ਗੁਰ ਦਾ ਗਿਆਨ ਹੈ, ਜੋ ਮੱਜਨ ਕਰਤ ਪੂਰਨ ਸਭ ਕਾਮ। ਅਤੇ ਜਦੋਂ ਮਨ ਇਸ ਵਿੱਚ ਇਸ਼ਨਾਨ ਕਰਦਾ ਹੈ, ਇਸ ਅੰਮ੍ਰਿਤ ਜਲ ਦੇ ਵਿੱਚ, ਨਾਮ ਦੇ ਵਿੱਚ, ਜੋ ਗੋਬਿੰਦ ਦਾ ਨਾਮ ਹੈ, ਅਤੇ ਮਨ ਦਾ ਕਰਮ ਪੂਰਾ ਹੋ ਜਾਂਦਾ ਹੈ, ਕਿਉਂਕਿ ਮਨ ਨੇ ਅੰਮ੍ਰਿਤ ਸਰੋਵਰ ਦੇ ਵਿੱਚ ਨਹਾ ਕੇ
ਪ੍ਰਕਾਸ਼ ਹੋ ਜਾਣਾ, ਨਿਰਮਲ ਹੋ ਜਾਣਾ ਅਤੇ ਪ੍ਰਭੂ ਨੂੰ ਨਿਰਮਲ ਮਨ ਪਾ ਜਾਣਾ ਹੈ। ਇਸ ਕਰਕੇ ਸਾਡਾ ਜਿਹੜਾ ਕੰਮ ਹੈ ਪੂਰਾ ਹੋ ਜਾਂਦਾ ਹੈ। ਸੰਤ ਸੰਗ ਤਹਿ ਗੋਸ਼ਟ ਹੋਏ। ਤੇ ਗਿਆਨ ਆਪਾਂ ਕਿੱਥੋਂ ਲੈਂਦੇ ਹਾਂ? ਸੰਤਾਂ ਦਾ ਸੰਗ ਕਰਕੇ। ਉੱਥੇ ਆਪਾਂ ਵਿਚਾਰ ਕਰਦੇ ਹਾਂ, ਗੋਸ਼ਟ ਕਰਦੇ ਹਾਂ। ਕੋਟ ਜਨਮ ਕੇ ਕਿਲ ਵਿਖ ਹੋਏ। ਤੇ ਜਦੋਂ ਸੰਤਾਂ ਦਾ ਸੰਗ ਕਰਦੇ ਹਾਂ ਉਹ ਸਾਨੂੰ ਗੁਰ ਦਾ ਗਿਆਨ ਦਿੰਦੇ ਨੇ। ਗੁਰ ਲੈ ਕੇ ਜਦੋਂ ਅਸੀਂ ਧਿਆਨ ਜੋੜਦੇ ਹਾਂ ਪ੍ਰਕਾਸ਼ ਦੇ ਵਿੱਚ, ਤੇ ਸਾਡੇ ਜਿਹੜੇ ਮਨ ਨੂੰ ਜਨਮਾਂ ਜਨਮਾਂ ਦੇ ਪਾਪ ਲੱਗੇ ਨੇ, ਕਰੋੜਾਂ ਜਨਮਾਂ ਦੇ, ਉਤਰ ਜਾਂਦੇ ਨੇ। ਮਨ ਨਿਰਮਲ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਸਿਮਰੈ ਸਾਧ ਕਰੇ ਆਨੰਦ, ਮਨ ਤਨ ਰਵਿਆ ਪਰਮਾਨੰਦ। ਤੇ ਜਦੋਂ ਸਾਧੂ ਜਨ ਸਿਮਰਦੇ ਨੇ ਤੇ ਆਨੰਦ ਕਰਦੇ ਨੇ, ਕਿਉਂਕਿ ਮਨ ਵਿੱਚ ਵੀ ਤਨ ਵਿੱਚ ਵੀ ਆਪ ਮਾਲਿਕ ਰਵਿਆ ਹੋਇਆ ਹੈ। ਜਦੋਂ ਐਸੇ ਜਨਾਂ ਦਾ ਸੰਗ ਕਰਕੇ ਆਪਾਂ ਗਿਆਨ ਲੈ ਕੇ ਮਨ ਨੂੰ ਧਿਆਨ ਦੇ ਵੀ ਜੋੜਦੇ ਹਾਂ, ਜਿਹੜਾ ਮਨ ਸਾਡਾ ਸਥੂਲ ਹੈ, ਜਦੋਂ ਸਥੂਲ ਦੇ ਵਿੱਚ ਸਾਨੂੰ ਕੀ ਹੁੰਦਾ? ਸਥੂਲ ਦੀ ਨਿਸ਼ਾਨੀ ਕੀ ਹੈ? ਕਿ ਸਾਨੂੰ ਆਪਣੇ ਫੇਸ 'ਤੇ ਆਪਣਾ ਇਹ ਪੁਆਇੰਟ ਦਿਸਦਾ ਹੈ। ਉਨੀ ਦੇਰ ਜਿਹਨੂੰ ਆਪਾਂ ਨੂੰ ਆਪਣਾ ਸਥੂਲ ਮੁੱਖ ਦਿਖਦਾ ਹੈ, ਉੱਥੇ ਅਸਥੂਲ ਹੈ ਮਨ। ਫਿਰ ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਆਪਣੇ ਮੁਖ 'ਤੇ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਂਦਾ ਹੈ, ਫਿਰ ਮਨ ਪ੍ਰਕਾਸ਼ ਹੋ ਜਾਂਦਾ ਹੈ ਤੇ ਫਿਰ ਮਨ ਤਨ ਉਸ ਪ੍ਰਭੂ 'ਚ ਰਵਿਆ ਜਾਂਦਾ ਹੈ। ਤੇ ਸਾਧੂ ਜਨਾਬ ਵੀ ਆਨੰਦ ਕਰਦੇ ਨੇ ਤੇ ਉਹਨਾਂ ਦਾ ਸੰਗ ਕਰਕੇ ਆਪਾਂ ਵੀ ਗਿਆਨ ਲੈ ਕੇ ਉਸ ਅਵਸਥਾ 'ਚ ਜਾ ਸਕਦੇ ਹਾਂ, ਕਿਉਂਕਿ ਉੱਥੇ ਹੀ ਗਿਆਨ ਦੀ ਵਿਚਾਰ ਹੁੰਦੀ ਹੈ, ਉੱਥੇ ਹੀ ਮਨ ਦੇ ਕਰੋੜਾਂ ਪਾਪਾਂ ਦਾ ਨਾਸ ਹੁੰਦਾ ਹੈ। ਜਿੰਨੀ ਦੇਰ ਸਥੂਲ ਹੈ ਪਾਪਾਂ ਨੇ, ਜਦੋਂ ਇਹ ਪ੍ਰਕਾਸ਼ ਹੋ ਗਿਆ ਤੇ ਪਾਪ ਖਤਮ ਹੋ ਗਏ, ਕਿਉਂਕਿ ਪਾਪਾਂ ਕਰਕੇ ਸਥੂਲ ਸੀ, ਹਉਮੈ ਕਰਕੇ ਅਸਥੂਲ ਸੀ। ਜਿਸੈ ਪ੍ਰਾਪਤ ਚਰਨ ਹਰ ਚਰਨ ਨਿਧਾਨ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਉਸ ਪ੍ਰਭੂ ਦੇ ਚਰਨਾਂ ਦਾ ਖਜ਼ਾਨਾ ਮਿਲ ਜਾਵੇ। ਹਰੀ ਦੇ ਚਰਨ ਕੀ ਹੈ? ਗੁਰ। ਜਿਸ ਨੂੰ ਇਹ ਖਜ਼ਾਨਾ ਮਾਲਕ ਵੱਲੋਂ ਮਿਲ ਜਾਂਦਾ ਹੈ, ਨਾਨਕ ਦਾਸ ਤਿਸੈ ਕੁਰਬਾਨ। ਵੀ ਐਸੇ ਜਨਾਂ ਤੋਂ ਕੁਰਬਾਨ ਜਾਈਏ ਜਿਸ ਨੂੰ ਉਹ ਪ੍ਰਭੂ ਇਹ ਖਜ਼ਾਨਾ ਬਖਸ਼ਿਸ਼ ਕਰਦਾ ਹੈ, ਆਪਣੇ ਗੁਣਾਂ ਦਾ, ਆਪਣੀ ਸਿਫਤ ਸਲਾਹ ਦਾ ਖਜ਼ਾਨਾ ਬਖਸ਼ਿਸ਼ ਕਰਦਾ ਹੈ। ਉੱਥੇ ਫਿਰ ਆਪਾਂ ਵਿਚਾਰ ਕਰਕੇ ਆਪਣੇ ਮਨ ਨੂੰ ਨਿਰਮਲ ਕਰ ਸਕਦੇ ਹਾਂ, ਕਿਉਂਕਿ ਸੰਗਤ ਦੇ ਵਿੱਚ ਆ ਵਸਦਾ ਹੈ ਤੇ ਸੰਗਤ ਨੂੰ ਬੈਕੁੰਠ ਵੀ ਕਿਹਾ ਹੈ। ਸਾਧ ਸੰਗਤ ਬੈਕੁੰਠੇ ਆਹੇ। ਵੀ ਸਾਧੂ ਦੀ ਸੰਗਤ ਹੀ ਬੈਕੁੰਠ ਹੈ, ਕਿਉਂਕਿ ਉੱਥੇ ਹੀ ਵਿਚਾਰ ਹੁੰਦੀ ਹੈ, ਉੱਥੇ ਹੀ ਮਨ ਦਾ ਨਿਰਮਲ ਹੁੰਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ। ਇਸ ਕਰਕੇ ਆਪਾਂ ਨੂੰ ਸਮਝਾਉਂਦੇ ਨੇ ਵੀ ਐਸੇ ਜਨਾਂ ਤੋਂ ਫਿਰ ਅਸੀਂ ਕੁਰਬਾਨ ਜਾਈਏ ਜਿਨ੍ਹਾਂ ਉਸ ਮਾਲਕ ਦੇ ਚਰਨਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਹਰ ਕੀਰਤਨ ਮਹਿ ਇਹ ਮਨ ਜਾਗੈ। ਵੀ ਉਹ ਕਰ, ਉਹ ਅਸੀਂ ਕਰਨਾ ਹੈ, ਉਹ ਕਿਰਿਆ ਕਰਨੀ ਹੈ ਜਿਹਦੇ ਦੁਆਰਾ ਮਨ ਨੂੰ ਮੈਲ ਨਹੀਂ ਲੱਗੇ। ਕਿਉਂਕਿ ਸੰਸਾਰੀ ਕਰਮ ਕਰਾਂਗੇ ਤੇ ਮਨ ਨੂੰ ਮੈਲ ਲੱਗਦੀ ਹੈ। ਪੁੰਨ ਦਾਨ ਕਰਾਂਗੇ, ਤੀਰਥਾਂ 'ਤੇ ਜਾਵਾਂਗੇ, ਮਨ ਨੂੰ ਮੈਲ ਲੱਗਦੀ ਹੈ। ਜੇ ਥੋੜ੍ਹੀ ਉਤਰਦੀ ਹੈ ਉਸ ਤੋਂ ਦੁੱਗਣੀ ਲੱਗ ਜਾਂਦੀ ਹੈ। ਤੀਰਥ ਵਰਤ ਅਰਦਾਨ ਕਰ,
मन में तरै गुमान, नानक ने फल जाते जू कुंचर इशनान। इस करके ਆਪਾਂ ਉਹ ਕਰਮ ਕਰਨਾ ਹੈ ਜਿਹਨੂੰ ਸਾਡੇ ਮਨ ਨੂੰ ਮੈਲ ਨਾ ਲੱਗੇ, ਸਮਾਂ ਸਾਡਾ ਮਨ ਨਿਰਮਲ ਹੋਵੇ। ਉਹ ਕੀ ਹੈ? ਹਰ ਕੀਰਤਨ ਮੈਂ ਇਹ ਮਨ ਜਾਗੈ। ਜਦੋਂ ਅਸੀਂ ਹਰੀ ਦਾ ਕੀਰਤਨ, ਕਿਹੜਾ ਕਲਯੁਗ ਦੇ ਵਿੱਚ ਜਿਹੜਾ ਕੀਰਤਨ ਪ੍ਰਧਾਨ ਹੈ, ਮਹਾਰਾਜ ਸਮਝਾਉਂਦੇ ਨੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਇਹ ਕੀਰਤਨ ਹੈ ਕਿ ਗੁਰਮੁਖ ਨੇ ਸਾਨੂੰ ਦੱਸਣਾ ਹੈ ਮੁੱਖੋਂ ਵੀ ਧਿਆਨ ਇੱਥੇ ਲਾਓ, ਇੱਥੇ ਲਾਓ, ਤੇ ਅਸੀਂ ਇਹ ਧਿਆਨ ਲਗਾਉਣਾ ਹੈ। ਇਹ ਕੀਰਤਨ ਕਲਯੁਗ ਦੇ ਵਿੱਚ ਹੈ ਜਿਸ ਨੂੰ ਪ੍ਰਧਾਨਗੀ ਦਿੱਤੀ ਹੈ। ਆਪ ਵੀ ਤਰਦਾ ਹੈ, ਪਿਤਰਿਆਂ ਨੂੰ ਵੀ ਤਰ ਦਿੰਦਾ ਹੈ, ਦਰਗਾਹ ਦੇ ਵਿੱਚ ਮਾਣ ਇੱਜ਼ਤ ਨਾਲ ਜਾਂਦਾ ਹੈ। ਇਸ ਕਰਕੇ ਇਹ ਕੀਰਤਨ ਦੇ ਵਿੱਚ ਜਦੋਂ ਮਨ ਜਾਗੇਗਾ, ਫਿਰ ਮਨ ਉਹੀ ਕਰੇਗਾ ਜਿਹਦੇ ਨਾਲ ਇਸ ਨੂੰ ਮੈਲ ਨਾ ਲੱਗੇ। ਕਿ ਨਹੀਂ ਤਾਂ ਜੀਵ ਉਹ ਕਰਮ ਕਰਦਾ ਹੈ, ਤੀਰਥਾਂ 'ਤੇ ਵੀ ਜਾਂਦਾ ਹੈ, ਪਰ ਮਨ ਨੂੰ ਜਦ ਤੱਕ ਨਾਮ ਦੀ ਸੋਝੀ ਨਹੀਂ ਹੈ, ਜੇ ਆਪਾਂ ਤੀਰਥਾਂ 'ਤੇ ਜਾਵਾਂਗੇ ਤੇ ਹੋਰ ਮੈਲ ਲੱਗਦੀ ਹੈ। ਪਰ ਜੇ ਸਾਨੂੰ ਸੋਝੀ ਆ ਜਾਵੇ, ਜੇ ਸਾਨੂੰ ਨਾਮ ਦਾ ਪਤਾ ਚੱਲ ਜਾਵੇ, ਮਨ ਨੂੰ ਗਿਆਨ ਹੋ ਜਾਵੇ, ਫਿਰ ਤੀਰਥਾਂ 'ਤੇ ਜਾ ਕੇ ਕੁਛ ਨਵਾਂ ਖੋਜ ਲਏਗਾ। ਕਿਉਂਕਿ ਫਿਰ ਮਨ ਜਿਹੜਾ ਹੈ ਸਾਡਾ ਖਰਾ ਹੋ ਜਾਂਦਾ ਹੈ। ਕਿਉਂਕਿ ਨਾਮ ਤੋਂ ਬਿਨਾਂ ਸਾਡੇ ਮਨ ਨੂੰ ਗੁਰਬਾਣੀ ਦੇ ਵਿੱਚ ਚੋਰ ਕਿਹਾ ਹੈ। ਨਾਮ ਤੋਂ ਬਿਨਾਂ ਮਨ ਖੋਟਾ ਹੈ। ਇਸ ਕਰਕੇ ਮੈਨੂੰ ਮਹਾਰਾਜ ਸਮਝਾਉਂਦੇ ਨੇ, ਜਿਨ ਕੀਤਾ ਤਿਸੇ ਨਾ ਜਾਣੀ, ਬਿਨ ਨਾਵੈ ਸਭ ਚੋਰ। ਵੀ ਚੋਰ ਹੈ, ਮਨ ਖੋਟਾ ਹੈ ਨਾਮ ਤੋਂ ਬਿਨਾਂ। ਤੇ ਜੇ ਖੋਟਾ ਤੇ ਚੋਰ ਮਨ ਤੀਰਥ ਤੇ ਜਾਏਗਾ ਤੇ ਫਿਰ ਇਸ ਨੂੰ ਮੈਲ ਲੱਗੇਗੀ ਦੁੱਗਣੀ। ਤੀਰਥ ਨਾਵਨ ਜੇ ਚੱਲੈ, ਮਨ ਖੋਟਾ ਤਨ ਚੋਰ, ਇੱਕ ਪੌ ਲੱਥੀ ਨਾਤਿਆਂ, ਦੋ ਪੌ ਚੜੀਅਸ ਹੋਰ। ਇਸ ਕਰਕੇ ਸਮਝਾਉਂਦੇ ਨੇ ਵੀ ਆਪਾਂ ਉਹ ਕਰਾਂਗੇ ਫਿਰ ਮਨ ਨੂੰ ਮੈਲ ਨਾ ਲੱਗੇ। ਇੱਕੋ ਸਿਮਰ ਨਾ ਦੂਜਾ ਪਾਓ, ਉਹ ਦੂਜਾ ਪਾਓ ਹੀ ਛੱਡ ਦੇ। ਇੱਕ ਪਰਮੇਸ਼ਰ ਨੂੰ ਸਿਮਰ, ਇੱਕ ਗੁਰ ਦੇ ਗਿਆਨ ਨੂੰ ਸਿਮਰ। ਸੰਤ ਸੰਗ ਜਪ ਕੇਵਲ ਨਾਉ, ਸੰਤਾਂ ਦਾ ਸੰਗ ਕਰਕੇ ਕੇਵਲ ਨਾਮ ਨੂੰ ਜਪ। ਨਾਮ ਦੀ ਸੋਝੀ ਲੈ, ਨਾਮ ਨੂੰ ਬੁੱਝ, ਕਿਉਂਕਿ ਨਾਮ ਬੁੱਝਣ ਦੇ ਵਿੱਚ ਹੈ। ਜੇ ਬੁੱਝਿਆ ਨਹੀਂ, ਆਪਾਂ ਨੇ ਜਨਮ ਮਰਨ ਦੇ ਵਿੱਚ ਆਵਾਂਗੇ। ਜਿਨੀ ਗੁਰਮੁਖ ਨਾਮ ਨਾ ਬੁੱਝਿਆ, ਬੁੱਝਣਾ ਕਿੱਥੇ ਹੁੰਦਾ? ਗੁਰਮੁਖਾਂ ਦੇ ਕੋਲੋਂ ਜਾ ਕੇ। ਜਿਨੀ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮ ਆਵੈ ਜਾਏ। ਮੇਰੇ ਕਹਿੰਦੇ ਫਿਰ ਮਰਨਗੇ, ਫਿਰ ਜਨਮਗੇ, ਆਵਣ ਜਾਵਣ ਦੇ ਚੱਕਰ 'ਚ ਪਏ ਰਹਿਣਗੇ। ਇੱਕੋ ਸਿਮਰ ਨਾ ਦੂਜਾ ਭਾਓ, ਸੰਤ ਸੰਗ ਜਪ ਕੇਵਲ ਨਾਉ। ਕੇਵਲ ਨਾਮ ਜਪੋ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿਉਂਕਿ ਸਾਰੀ ਬਾਣੀ ਉਸੇ ਨੂੰ ਦੁਹਰਾ ਰਹੀ ਹੈ। ਬਹੁਤ ਛੋਟੀ ਹੈ, ਜਿਸ ਦਿਨ ਆਪਾਂ ਇਸ ਨੂੰ ਸਮਝ ਗਏ, ਬਹੁਤ ਥੋੜ੍ਹਾ ਹੈ ਸਾਡੇ ਵਾਸਤੇ। ਕੁਛ ਚੰਦ ਕੁ ਸ਼ਬਦ ਨੇ ਕਰਨ ਦੇ ਵਾਸਤੇ, ਪਰ ਜਿਸ ਦਿਨ ਆਪਾਂ ਸਮਝ ਗਏ, ਕਿਉਂਕਿ ਇਹ ਸਾਨੂੰ ਜੋ ਬਾਣੀ ਵਿਚਾਰਦੇ ਹਾਂ, ਇਹ ਸਾਨੂੰ ਇੰਨੀ ਕਿਉਂ ਲਿਖ ਕੇ ਦਿੱਤੀ? ਕਿਉਂਕਿ ਸਾਨੂੰ ਭਰੋਸਾ ਆਵੇ ਕਿ ਇੱਕ ਤੇ ਨਹੀਂ ਆਏਗਾ ਨਹੀਂ, ਕਿੰਨੇ ਇਸ ਦੇ ਵਿੱਚ ਅਣਗਿਣਤ ਹੀ ਗੁਰਸਿੱਖ ਸਾਨੂੰ ਇਹ ਗਿਆਨ ਦੇ ਰਹੇ ਨੇ, ਗਵਾਹੀਆਂ ਦੇ ਰਹੇ ਨੇ ਵੀ ਆਹ ਕਰੋ, ਆਹ ਨਾ ਕਰੋ, ਤਾਂ ਕਿ ਸਾਨੂੰ ਭਰੋਸਾ ਆਵੇ ਵੀ ਇੱਕ ਗਲਤ ਹੋ ਸਕਦਾ ਹੈ, ਇੱਕ ਸਾਨੂੰ ਗਲਤ ਗਿਆਨ ਦੇ ਸਕਦਾ। ਫਿਰ ਆਪਾਂ ਆਪਣੀ ਗੁਰਬਾਣੀ ਪੜ੍ਹ ਕੇ, ਫਿਰ ਆਪਾਂ ਹੋਰ ਗ੍ਰੰਥਾਂ ਨੂੰ ਪੜ੍ਹ ਕੇ ਦੇਖ ਲਈਏ, ਉਹ ਵੀ ਸਾਨੂੰ ਇਹ ਗਿਆਨ ਦੇ ਰਹੇ ਨੇ। ਕਿਉਂਕਿ ਗਿਆਨ ਪਰਮੇਸ਼ਰ ਦਾ ਹੈ, ਕਿਸੇ ਵੀ ਦੁਆਰਾ ਦਿੱਤਾ ਹੋਇਆ, ਲੇਕਿਨ ਗਿਆਨ ਕਿਸ ਦਾ ਹੈ? ਉਸ ਪ੍ਰਭੂ ਦਾ।
ਕਰਮ ਧਰਮ ਨੇਮ ਬ੍ਰਤ ਪੂਜਾ। ਹੁਣ ਕਰਮ ਕਰਨਾ ਹੈ, ਧਰਮ ਕਰਦੇ ਹਾਂ, ਬ੍ਰਤ ਰੱਖਦਾ ਹੈ ਜੀਵ, ਰੋਜ਼ ਨੇਮ ਕਰਦਾ ਹੈ। ਇਹ ਕੀ ਕਰਨਾ ਹੈ ਆਪਾਂ ਨੇ? ਜਿਵੇਂ ਆਪਾਂ ਦੇਖਦੇ ਹਾਂ, ਆਪਾਂ 5 ਬਾਣੀਆਂ ਦਾ ਪਾਠ ਸਵੇਰੇ, 2 ਬਾਣੀਆਂ ਦਾ ਸ਼ਾਮ ਨੂੰ ਕਰਦੇ ਹਾਂ। ਹੋਰ ਬਹੁਤ ਸਾਰੇ ਜੀਵ ਕਰਦੇ ਨੇ, ਹੋਰ ਕਰਮ ਕਾਂਡ ਕਰਦੇ ਨੇ, ਧਰਮ ਦੇ ਕਰਮ ਕਰਦੇ ਨੇ। ਪਰ ਮਹਾਰਾਜ ਕੀ ਸਮਝਾਉਂਦੇ ਨੇ ਵੀ ਆਪਾਂ ਇੱਕੋ ਕੰਮ ਕਰਨਾ। ਉਹ ਕਿਹੜਾ ਕਰਨਾ? ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਅਸੀਂ ਪਾਰ ਬ੍ਰਹਮ ਤੋਂ ਬਿਨਾਂ ਦੂਜਾ ਜਾਣਨਾ ਹੀ ਨਹੀਂ, ਕਿਉਂਕਿ ਸਾਰਾ ਉਸੇ ਦਾ ਰੂਪ ਹੈ। ਜੇ ਆਪਾਂ ਇਹ ਜਾਣ ਲਿਆ, ਇਹ ਸਾਨੂੰ ਗੁਰਬਾਣੀ ਸਮਝਾ ਰਹੀ ਹੈ ਵੀ ਤੁਸੀਂ ਇੱਕ ਗੱਲ ਲੇਖੇ ਹੈ ਕਿ ਆਪਾਂ ਮਾਲਿਕ ਨੂੰ ਜਾਣਨਾ ਹੈ, ਅਤੇ ਫਿਰ ਸਾਡਾ ਸੰਸਾਰ 'ਚ ਆਇਆ ਸਫਲ ਹੋ ਜਾਣਾ ਹੈ। ਇਹ ਸਾਡਾ ਨੇਮ ਹੈ, ਇਹ ਸਾਡੀ ਪੂਜਾ ਹੈ, ਇਹ ਸਾਡਾ ਬ੍ਰਤ ਹੈ ਕਿ ਅਸੀਂ ਦੂਜਾ ਨਹੀਂ ਜਾਣਨਾ ਕਿਸੇ ਨੂੰ। ਪਾਰ ਬ੍ਰਹਮ ਬਿਨ ਜਾਣਨਾ ਦੂਜਾ। ਇਹ ਕਰਮ ਸਾਡਾ, ਇਹ ਧਰਮ, ਇਹ ਨੇਮ ਹੈ, ਇਹ ਬ੍ਰਤ ਪੂਜਾ ਹੈ। ਕਿਉਂਕਿ ਹੋਰ ਦਾਂਗੇ, ਦੂਜੇ ਨੂੰ ਜੁੜਾਂਗੇ, ਦੂਜੇ ਦੀ ਸਿਫਤ ਸਲਾਹ ਕਰਾਂਗੇ, ਅਤੇ ਸਾਨੂੰ ਪੜ੍ਹਨ ਦਾ ਕੀ ਫਾਇਦਾ ਹੈ? ਕਿਉਂਕਿ ਗੁਰਬਾਣੀ ਸਾਨੂੰ ਇਹ ਕਹਿ ਰਹੀ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਵੀ ਹੋਰ ਸਾਰਾ ਕੁਛ ਬਿਰਥ ਹੈ। ਨਾਨਕ ਲੇਖਾ ਇੱਕ ਗੱਲ, ਹਰ ਹਉਮੈ ਚੱਖਣਾ ਚਾਖ। ਲੇਖੇ ਤਾਂ ਇੱਕੋ ਗੱਲ ਹੈ, ਗੋਬਿੰਦ ਨੂੰ ਮਿਲਣਾ, ਉਸ ਨੂੰ ਜਾਣਨਾ, ਉਸ ਨੂੰ ਜਾਣ ਕੇ ਸਾਰਿਆਂ 'ਚ ਉਸ ਨੂੰ ਦੇਖਣਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ। ਇਹ ਆਪਾਂ ਬੁਝਣਾ ਹੈ। ਬ੍ਰਹਮੇ ਜਨ, ਜਨਮ ਮੈਂ ਪਰ ਬ੍ਰਹਮ, ਏਕ ਹੈ ਆਪ ਨਹੀਂ ਕਿਛ ਭਰਮ। ਇਸ ਚੀਜ਼ ਨੂੰ ਜਦੋਂ ਆਪਾਂ ਬੁੱਝ ਗਏ, ਇਹੀ ਸਾਡਾ ਸਾਰਾ ਕੁਛ ਹੈ, ਇਹੀ ਪੂਜਾ ਹੈ, ਇਹੀ ਵਰਤ ਹੈ, ਇਹੀ ਕਰਮ ਹੈ, ਇਹੀ ਧਰਮ ਹੈ। ਤਾਂ ਕਿ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਜਿਸ ਦੀ ਪ੍ਰੀਤ ਆਪਣੇ ਪ੍ਰਭੂ ਦੇ ਨਾਲ ਪੈ ਗਈ, ਤੇ ਉਸ ਦੀ ਕਾਲਨਾ ਪੂਰੀ ਹੋ ਗਈ। ਪ੍ਰੀਤ ਕਿਵੇਂ ਪਏਗੀ? ਧਿਆ ਧਿਆ ਕੇ ਪ੍ਰਗਟ ਹੋਏਗਾ, ਦੇਖ ਦੇਖ ਕੇ ਪ੍ਰੀਤ ਪਏਗੀ। ਫਿਰ ਸਾਡਾ ਕੀਤਾ ਸਾਰਾ ਜਿਹੜੀ ਕਾਲਨਾ ਪੂਰੀ ਹੋ ਜਾਂਦੀ ਹੈ। ਫਿਰ ਆਪਣਾ ਜੀਵਨ ਜਿਹੜਾ ਆਪ ਵੀ ਜੀਵ ਛੁੱਟ ਜਾਂਦਾ ਹੈ, ਹੋਰ ਕਿੰਨਿਆਂ ਨੂੰ ਛੁਡਾ ਦਿੰਦਾ। ਆਪਣਾ ਮੁੱਖ ਵੀ ਉਜਲ ਹੋ ਜਾਂਦਾ ਉਸਦਾ, ਅਤੇ ਦੂਜਿਆਂ ਨੂੰ ਵੀ ਗਿਆਨ ਦੇ ਕੇ ਦੂਜਿਆਂ ਦੇ ਮੁੱਖ ਵੀ ਉਜਲ ਹੋ ਜਾਂਦੇ ਨੇ, ਉਹਨਾਂ ਨੂੰ ਵੀ ਇਸ ਅੰਧਕੂਪ ਤੋਂ ਕੱਢ ਲੈਂਦਾ ਹੈ। ਸੋ ਵੈਸਨੋ ਹੈ ਅਪਰ ਅਪਾਰ। ਉਹ ਵੈਸਨੋ ਹੈ, ਉਸ ਅਪਰ ਅਪਾਰ ਦੇ ਨਾਲ ਨੂੰ ਜਾਣ ਲੈਂਦਾ ਹੈ। ਹੁਣ ਵੈਸ਼ਨੂੰ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਤੁਸੀਂ ਦੇਖੋਗੇ ਵੀ ਜੀਵ ਕਹਿੰਦਾ ਮੈਂ ਤਾਂ ਵੈਸ਼ਨੂੰ ਹਾਂ, ਕਿ ਮੈਂ ਮੀਟ ਨਹੀਂ ਖਾਂਦਾ, ਅੰਡਾ ਨਹੀਂ ਖਾਂਦਾ, ਮੈਂ ਸ਼ਰਾਬ ਨਹੀਂ ਪੀਂਦਾ। ਇਹ ਤੱਕ ਕਈ ਲੋਕ ਬਹੁਤੇ ਚਾਹ ਵੀ ਨਹੀਂ ਪੀਂਦੇ। ਇਹ ਸਰੀਰਕ ਵੈਸ਼ਨੂੰ ਹੈ, ਮਨ ਤਾਂ ਵੈਸ਼ਨੂੰ ਨਹੀਂ ਹੈ, ਕਿਉਂਕਿ ਮਨ ਤਾਂ ਬਹੁਤ ਸਾਰੇ ਨਸ਼ੇ ਪੀਂਦਾ ਹੈ। ਮਨ ਤਾਂ ਗਿਆਨ ਦਾ, ਹਉਮੈ ਦਾ ਨਸ਼ਾ ਪੀ ਬੈਠਾ ਹੈ। ਗਿਆਨ ਦਾ ਨਸ਼ਾ ਹੈ, ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਇਸ ਕਰਕੇ ਮਨ ਵੈਸ਼ਨੂੰ ਜਿਹੜਾ ਗੁਰਬਾਣੀ ਅਨੁਸਾਰ ਵੈਸ਼ਨੂੰ ਕਿਹੜਾ ਹੈ? ਜਿਸ ਤੇ ਮਾਲਕ ਖੁਸ਼ ਹੋ ਜਾਂਦਾ ਹੈ। ਵੈਸ਼ਨੂੰ ਸੋ ਜਿਸ ਉੱਪਰ ਸੁਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਪਿੰਨ। ਤ੍ਰੈ ਗੁਣ ਮਾਇਆ ਹੈ, ਜਿਹਦੇ ਵਿੱਚ ਸਭ ਤੋਂ ਸ੍ਰੇਸ਼ਟ ਬਿਸਨ ਦੀ ਮਾਇਆ ਹੈ। ਸਤੋ ਗੁਣ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਕਿਉਂਕਿ ਜਿੱਥੇ ਸਤੋ ਗੁਣ ਹੈ ਉੱਥੇ ਪੁੰਨ, ਦਾਨ, ਪਾਠ, ਪੂਜਾ ਇਹ ਆ ਜਾਂਦੀ ਹੈ। ਮਹਾਰਾਜ ਕਹਿੰਦੇ ਇਸ ਤੋਂ ਵੀ ਭਿੰਨ ਹੋ ਜਾਵੇ, ਕੀ ਕਰੇ ਉਹ? ਵੈਸ਼ਨੋ ਸੋ ਜਿਸ ਉੱਪਰ ਸੁਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ
भिन्न। कर्म करत होवे नेह कर्म, कर्म करे पर नेह कर्म होवे। मैं नहीं कुछ कीता, करके भी कहे भी मैं नहीं कीता। किसने कीता है? उस प्रभु ने। जो कराया उसने कराया, क्योंकि मैं कुछ कर ही नहीं सकता। कर्म किहड़ा करे? जिहड़ा सानू मालिक ने दसिया। उस प्रभु की सिफत सलाह, उस प्रभु के गुण गाने, उस प्रभु दे कथा कहानी करनी, पर आप नहीं। करके भी कहे भी मैं नहीं। जिवें बाबा कबीर जी नूं पुछया, बाबा कबीर जी कहते भी नहीं, असीं नहीं कर सकते, ना हम किया ना करेंगे, ना कर सके शरीर, भी ना करया ना करांगे, ना कर सकूगा शरीर साडा। जो किया सो हर किया, जो करेगा वही करेगा, असीं नहीं कर सकते। इस करके वैष्णो है मतलब कहते कर्म करत होवे नेह कर्म, तिस वैष्णो का निर्मल धर्म। ਉਹਦਾ फिर धर्म ਜਿਹੜਾ निर्मल है, ਜਿਹੜਾ कहे मैं नहीं कुछ भी करता। जद कहूगा मैं कुछ करदा, वो तो खुद ही गर्भ जोन चले जाएगा। जब यह जाने मैं कुछ करता, तब ला गर्भ जोन में फिरता। तिस वैष्णो का निर्मल धर्म, कर्म कर तो होवे नेह कर्म, तिस वैष्णो का निर्मल धर्म। ते वैष्णो जिस ऊपर सो प्रसन्न, बिसन की माया ते होए भिन्न, कर्म करत होवे नेह कर्म, तिस वैष्णो का निर्मल धर्म। काहू फल की इच्छा नहीं बस है। कोई इच्छा न रखे किसी फल की मन दे विच, केवल भगत कीर्तन संग राचै। केवल भगती करे मालिक दी, करे कीर्तन। कीर्तन केड़ा? ध्यान। बस उहदे च रत्या रहे। आप दृढ़ है, अबरा नाम जपावे। आप भी दृढ़ करे, दूजिया नूं भी नाम जपावे। नानको वैष्णो परमगत पावे। ऐसा वैष्णो है फिर परमगत प्राप्त करता है। मंत्र अंतर सिमरन गोपाल, मन विच तन विच उस प्रभु नूं सिमरे, सब ऊपर होवत किरपाल। आप भी करे होरां नूं, सब नूं दसे। ये नहीं भी किसी नूं दसना, किसी नहीं, सारिਆਂ ते सब ऊपर होवत किरपाल। आप दृढ़ा अवरा नाम जपावै, नानको वैष्णो परमगत पावै। इदा परमगत पाउंदा है। इस करके मेरा समझाउंदे ने फिर वो वैष्णो है। सो वैष्णो है अपर अपार, कहो नानक जिन तजे बेकार। जिन्हें बेकार छड़ देते, जिन्हें सिर्फ उस प्रभु दी नूं जान लिया, उस प्रभु दी भगती करदा, उस तो बिना दूजे नूं नहीं जानदा, उसे दी सिफत सलाह करदा। एक को जप, एक को सलाह, एक सिमर, एक को मना। एक उसके गुण गाओ अनंत, मंथन जाप एक भगवंत। एक को एक एक हर आप, पूर्ण पूरे हो प्रभ व्याप। अनेक विस्तार एक ते भय, एक आराध प्रास्त गए। मंथन अंतर एक प्रभराता, गुर प्रसाद नानक एक जाता। गुर की किरपा नाल उसनूं जान लिया, सारे पासे होई है, दूजा कोई नहीं है। सो आ गुरमुख प्यारिओ, हुण आपां नाल नाल ध्याना करिए, प्रीत पाइए, प्रेम भगती करिए, क्योंकि प्रभु दे नाल सिर्फ प्रेम। अपने अंदर प्यास, दर्शना की प्यास उत्पन्न करिए, क्योंकि महाराज समझाउंदे ने भी जिस नूं उस प्रभु के दर्शना की प्यास है, उस तो असीं बलिहारे जाते हाँ। जिस जन को प्रभ दर्श प्यासा, नानक ताकै बल बल जासा। दर्शन, सिर्फ दर्शन करने ने। दर्शन करके आपां कह भी नहीं सकांगे कुछ, निहाल हो जावांगे। तो दूजिਆਂ ਨੂੰ भी आपां विधि दस सकते हाँ, तरीका दस सकते, बयान नहीं कर सकते कुछ। जिवें आपां दसदे हाँ भी यह तरीका है, इदां नेत्र सम करने ने, इदां आपां प्रवेश करना है, इत्थे ध्यान लगाउणा है, इदां उसके दर्शनां दी मन दे विच तांग ले के बैठना है।
ਕਿਉਂਕਿ ਜਿਵੇਂ ਆਪ ਕੀਤੇ ਉਵੇਂ ਅੱਗੇ ਦੱਸਦਾ, ਜਿਵੇਂ ਆਪ ਚੀਜ਼ ਨੂੰ ਦ੍ਰਿੜ ਕਰਦਾ ਹੈ ਦੂਜਿਆਂ ਨੂੰ ਉਵੇਂ ਦ੍ਰਿੜ ਕਰਵਾਉਂਦਾ ਹੈ। ਕਿਵੇਂ ਕਰਨਾ ਹੈ? ਮਨ ਨੇਤਰਾਂ ਦੇ ਵਿੱਚ ਹੈ, ਨੇਤਰ ਦੋ ਨੇ, ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਆਪਾਂ ਸਮ ਕਰਨਾ ਹੈ ਜਿੱਥੋਂ ਚਰਨ ਸ਼ੁਰੂ ਹੁੰਦੇ ਮਾਲਕ, ਜਿੱਥੇ ਆਪਣਾ ਆਕਾਰ ਖਤਮ ਹੋ ਜਾਂਦਾ ਹੈ, ਜਿੱਥੋਂ ਨਿਰਾਕਾਰ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ, ਜਿੱਥੋਂ ਪੌਣ ਦਾ ਵਾਜਾ ਵਜਾਉਂਦਾ ਹੈ। ਗੁਫਾ 'ਚ ਬੈਠ ਕੇ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪੌਣ ਵਜਾਇਆ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਦੋਨਾਂ ਨੇਤਰਾਂ ਨੂੰ ਪਹਿਲਾਂ ਇਸ ਪੁਆਇੰਟ ਤੇ ਆਪਾਂ ਟਿਕਾਉਣਾ ਹੈ, ਇੱਥੇ ਆਪਣੀ ਦ੍ਰਿਸ਼ਟੀ ਨੂੰ ਫੋਕਸ ਕਰਨਾ ਹੈ ਇਸ ਪੁਆਇੰਟ ਦੇ ਉੱਤੇ, ਤੇ ਕਰਕੇ ਦੇਖਣਾ ਹੈ ਕਿ ਮਨ ਸਾਡਾ ਅਸਥੂਲ ਹੈ ਕਿ ਸੂਖਮ ਹੈ, ਪ੍ਰਕਾਸ਼ ਹੈ। ਜੇ ਇੱਥੇ ਦੇਖਣ ਦੇ ਨਾਲ ਆਪਾਂ ਨੂੰ ਆਪਣਾ ਨੱਕ ਦਿਸੇਗਾ ਤੇ ਸਾਡਾ ਮਨ ਅਸਥੂਲ ਹੈ, ਸਾਡਾ ਰੂਪ ਨਖਾਲਸ ਹੈ। ਜੇ ਨਹੀਂ ਦਿਸਦਾ ਤੇ ਫਿਰ ਸਾਡਾ ਮਨ ਜਿਹੜਾ ਹੈ ਇੱਕ ਦ੍ਰਿਸ਼ਟ ਹੋ ਗਿਆ, ਸੂਖਮ ਹੋ ਗਿਆ ਹੈ, ਪ੍ਰਕਾਸ਼ ਹੋ ਗਿਆ ਹੈ। ਜੇ ਦਿਸਦਾ ਹੈ ਫਿਰ ਆਪਾਂ ਇਹ ਦੇਖਣਾ ਵੀ ਸਾਡਾ ਧਿਆਨ ਹੈ ਕਿਸ ਪਾਸੇ ਜ਼ਿਆਦਾ, ਸੱਜੇ ਖੱਬੇ ਜਾਂ ਵਿਚਾਲੇ, ਤਮੋ ਗੁਣ ਤੇ ਹਾਂ, ਰਜੋ ਗੁਣ ਤੇ ਜਾਂ ਸਤੋ ਗੁਣ ਤੇ। ਕਿਉਂਕਿ ਇੱਧਰ ਜਿਸ ਤੱਕ ਇਸ ਪਾਸਿਓਂ ਦਿਸਦਾ ਸਾਨੂੰ ਸਿਰਫ ਇਸੇ ਪਾਸਿਓਂ, ਫਿਰ ਸਾਡਾ ਧਿਆਨ ਸੱਜੇ ਪਾਸੇ ਹੈ। ਜੇ ਇਸ ਪਾਸਿਓਂ ਦਿਸਦਾ ਫਿਰ ਸਾਡਾ ਧਿਆਨ ਖੱਬੇ ਪਾਸੇ ਹੈ। ਜੇ ਦੋਲੇ ਦਿਸਦਾ ਵਿਚਾਲੇ ਫਿਰ ਆਪਾਂ ਸਤੋ ਗੁਣ ਤੇ ਹਾਂ। ਲੇਕਿਨ ਜੇ ਆਪਾਂ ਵੈਸ਼ਨੂੰ ਬਣਨਾ ਫਿਰ ਸਾਨੂੰ ਇਹ ਗੁਣ ਵੀ ਛੱਡਣਾ ਪਏਗਾ ਕਿ ਸਾਨੂੰ ਆਪਾ ਖਤਮ ਕਰਨਾ ਪਏਗਾ। ਤੇ ਫਿਰ ਇੱਥੋਂ ਦੇ ਦ੍ਰਿਸ਼ਟੀ ਇੱਥੇ ਲਾਈ ਹੋਈ, ਫਿਰ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਦੇਖਾਂਗੇ। ਪਹਿਲਾਂ ਇਸ ਪੁਆਇੰਟ ਤੇ ਆਪਣੇ ਆਪ ਨੂੰ ਦੇਖਾਂਗੇ, ਮੇਰੇ ਵੱਲ ਸਮਝ ਵੀ ਲਓ ਜੇ ਕੋਈ ਨਵਾਂ ਜੀਵ ਹੈ। ਇੱਦਾਂ ਇਸ ਤੇ ਫੋਕਸ ਕਰਾਂਗੇ। ਪਹਿਲਾਂ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਸਾਹਮਣੇ ਲੈ ਕੇ ਆਓ, ਇੱਥੋਂ ਆਪਾਂ ਕੀ ਕਰਾਂਗੇ, ਸਾਹਮਣੇ ਦੇਖਾਂਗੇ। ਇੱਥੋਂ ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ, ਆਪਾਂ ਪਲਕਾਂ ਉੱਤੇ ਚੁੱਕ ਦਾਂਗੇ, ਇੱਥੇ ਸਮ ਕਰਾਂਗੇ, ਇੱਦਾਂ ਸਾਹਮਣੇ ਮਸਤਕ ਦੇ ਸਾਹਮਣੇ ਇੱਦਾਂ ਲੈ ਗਏ, ਆਪਣੇ ਮਸਤਕ ਦੇ ਸਾਹਮਣੇ ਅੱਗੇ, ਇੱਧਰ ਨਹੀਂ ਲੈ ਕੇ ਆਉਣਾ ਧਿਆਨ ਨੂੰ, ਇਸ ਦੇ ਸਾਹਮਣੇ ਅੱਗੇ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ ਲੈ ਕੇ ਆਵਾਂਗੇ। ਫਿਰ ਜਦੋਂ ਕਵਾਂਗੇ ਦ੍ਰਿਸ਼ਟੀ ਨੂੰ ਸਮ ਕਰ ਲਓ, ਨੇਤਰਾਂ ਨੂੰ ਸਮ ਕਰ ਲਓ, ਫਿਰ ਆਪਾਂ ਇਸ ਪੁਆਇੰਟ ਤੇ ਫੋਕਸ ਕਰਾਂਗੇ, ਆਪਣੇ ਪ੍ਰਕਾਸ਼ ਰੂਪ ਨੂੰ ਦੇਖਾਂਗੇ। ਜੇ ਕੋਈ ਨਵਾਂ ਜੀਵ ਹੈ ਜਿਸ ਨੇ ਪਹਿਲੀ ਵਾਰ ਕੋਈ ਆਇਆ ਹੈ, ਜਿਸ ਨੂੰ ਆਪਣਾ ਨੱਕ ਦਿਸਦਾ ਹੈ, ਸਥੂਲ ਰੂਪ ਦਿਸਦਾ ਹੈ, ਉਸਨੇ ਆ ਕੇ ਫਿਰ ਦੁਬਾਰਾ ਇੱਥੇ ਧਿਆਨ ਲਾ ਕੇ ਦੇਖਣਾ ਹੈ। ਜੇ ਉਸ ਨੂੰ ਨੱਕ ਦਿਸਣੋਂ ਹਟ ਗਿਆ ਤੇ ਉਹ ਇੱਕ ਦ੍ਰਿਸ਼ਟ ਹੋ ਗਿਆ, ਉਹ ਸੂਖਮ ਰੂਪ ਹੋ ਗਿਆ, ਤੇ ਫਿਰ ਉਹ ਧਿਆਨ ਦੇ ਨਾਲ ਮੁੱਖ ਉਜਲ ਹੋ ਜਾਏਗਾ। ਜਦੋਂ ਮੁੱਖ ਉਜਲ ਹੋ ਜਾਏਗਾ ਫਿਰ ਆਪਾਂ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਾਂਗੇ। ਜਿਵੇਂ ਕਿ ਬਹੁਤ ਸਾਰੀ ਸੰਗਤ ਹੈ ਜੋ ਆਪਣੇ ਪ੍ਰਕਾਸ਼ ਰੂਪ ਨੂੰ ਦੇਖਦੀ ਹੈ। ਸੋ ਆਓ ਗੁਰਮੁਖ ਪਿਆਰਿਓ, ਪਹਿਲਾਂ ਆਪਾਂ ਦ੍ਰਿਸ਼ਟੀ ਨੂੰ ਇਸ ਪੁਆਇੰਟ ਤੇ ਫੋਕਸ ਕਰਕੇ ਕੋਈ ਨਵਾਂ ਜੀਵ ਉਹ ਦੇਖਣ ਦੀ ਕੋਸ਼ਿਸ਼ ਕਰੇ, ਆਪਣੇ ਆਪ ਨੂੰ ਧਿਆਨ ਨੂੰ ਸਮਝੇ, ਸੱਜੇ ਖੱਬੇ ਵਿਚਾਲੇ ਜਾਂ ਇੱਕ ਦ੍ਰਿਸ਼ਟ ਹੈ, ਫਿਰ ਨੱਕ ਨਹੀਂ ਦਿਸੇਗਾ। ਸੋ ਆਓ ਦ੍ਰਿਸ਼ਟੀ ਫੋਕਸ ਕਰੋ, ਨੇਤਰ ਸਮ ਕਰੋ।
ਸਾਹਮਣੇ ਲੈ ਕੇ ਆਓ ਧਿਆਨ। ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ ਦਿਓ। फिर सामने लेके आओ। फिर सम करके देखो, दृष्टि ਨੂੰ फोकस करके अपने आप ਨੂੰ देखो। अगर कोई नामा जीव जिसनों नक दिसता सी पहला, वो हुण देखे कि दिसनों हट गया। नीचे ले जो ध्यान हुण। जिथे भी आप बैठे हाँ, जो नीचे साढ़े सामने कोई विषय है, चादर है, फर्श जो भी है, उस तो थोड़ा ऊपर आप देखने की कोशिश करनी है। थोड़ा 4-5 ਉਂਗਲ उत्ते देखने की कोशिश करनी कि उत्ते सानू एक प्रकाश अनुभव होना शुरू होएगा। जिमें पानी दी लहरां इदां प्रकाश की हलचल अनुभव होनी शुरू हो जाएगी। फिर सम करके देखो अपने आप ਨੂੰ।
फिर नीचे लाए जो ध्यान। और सामने लेके आइए ध्यान, सामने देखिए। मस्तक दे सामने लाए जो, पलका उत्ते चुक दो।
फिर सामने ले आओ। नीचे ले आओ ध्यान। हाँ, सम करके देखे अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਧਿਆਨ ਨੂੰ ਜੋੜਨਾ ਹੈ, ਕਿਉਂਕਿ ਇੱਥੋਂ ਦੇ ਚਰਨ ਸ਼ੁਰੂ ਹੋ ਜਾਂਦੇ ਨੇ। ਤੇ ਹੌਲੀ ਹੌਲੀ ਆਪਾਂ ਆਪਣੇ ਧਿਆਨ ਨੂੰ ਚੱਕਦੇ ਜਾਵਾਂਗੇ। ਤੇ ਜਿਵੇਂ ਜਿਵੇਂ ਆਪਾਂ ਸਾਨੂੰ ਪ੍ਰਕਾਸ਼ ਦਿਸਦਾ ਜਾਏਗਾ, ਜਿੰਨਾ ਜਿੰਨਾ ਸਾਡੇ ਭਰਮ ਦਾ ਪਰਦਾ ਪਾਸੇ ਹੁੰਦਾ ਜਾਏਗਾ ਤੇ ਸਾਡੀ ਦ੍ਰਿਸ਼ਟੀ ਨਿਰਮਲ ਹੁੰਦੀ ਜਾਏਗੀ, ਤੇ ਆਪਾਂ ਉਸ ਮਾਲਿਕ ਨੂੰ ਦੇਖਦੇ ਜਾਵਾਂਗੇ। ਕਿਉਂਕਿ ਪਿਆਰ ਹੈ, ਵਿਸ਼ਵਾਸ ਹੈ, ਕਿਉਂਕਿ ਵਿਸ਼ਵਾਸ ਤੋਂ ਬਿਨਾਂ ਆਪਾਂ ਨਹੀਂ ਚੱਲ ਸਕਦੇ। ਵਿਸ਼ਵਾਸ ਦੇ ਵਾਸਤੇ ਸਾਨੂੰ ਗਿਆਨ ਲੈਣਾ ਪੈਂਦਾ ਹੈ, ਸੁਣ ਕੇ ਮੰਨਣਾ ਹੈ, ਮੰਨ ਕੇ ਕਮਾਉਣਾ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾਓ। ਇੱਦਾਂ ਮਨ ਨਹਾਉਂਦਾ ਹੈ, ਇਸ਼ਨਾਨ ਕਰਦਾ ਹੈ, ਨਿਰਮਲ ਹੋ ਜਾਂਦਾ ਹੈ। ਤੇ ਨਿਰਮਲ ਹੋ ਕੇ ਮਾਲਕ ਫਿਰ ਸਾਨੂੰ ਆਪਣੇ 'ਚ ਸਮਾ ਲੈਂਦਾ ਹੈ। ਜਿਵੇਂ ਮਾਤਾ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਲੈਂਦੀ ਹੈ, ਗਲ ਨਾਲ ਲਾ ਲੈਂਦੀ ਹੈ, ਇੱਦਾਂ ਮਾਲਕ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ, ਆਪਣੇ ਬਣਾ ਲੈਂਦਾ ਹੈ। ਜਦੋਂ ਸਾਨੂੰ ਇੱਕ ਵਾਰੀ ਆਪਣੇ ਬਣਾ ਲਿਆ, ਫਿਰ ਸਾਨੂੰ ਵਿਛੋੜਦਾ ਨਹੀਂ ਹੈ, ਕਿਉਂਕਿ ਇਸ ਮਾਲਕ ਦੀ ਵਡਿਆਈ ਹੈ, ਉਸ ਦੀ ਇੱਕ ਰੀਤ ਹੈ। ਜਿਨ੍ਹਾਂ ਨੂੰ ਇੱਕ ਵਾਰੀ ਆਪਣੇ ਬਣਾ ਲੈਂਦਾ ਹੈ, ਜਿਨ੍ਹਾਂ ਦੇ ਵੱਸ ਵਿੱਚ ਆ ਗਿਆ,
फिर छड्ड के नहीं जाता। सखी बस आया फिर छोड़ न जाई, ਇਹ ਰੀਤ ਭਲੀ ਭਗਵੰਤੇ। ਇਹ ਉਹਦੀ ਰੀਤ ਭਲੀ ਹੈ। ਜਿਹਨੂੰ ਇੱਕ ਵਾਰੀ ਆਪਣਾ ਬਣਾ ਲਿਆ ਉਸ ਨੂੰ ਛੱਡਦਾ ਨਹੀਂ ਹੈ। ਸੋ ਆਓ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।